प्यारे विद्यार्थियों, प्यार भरी सत श्री अकाल। मैं देसराज सिंह, साइंस मास्टर, सरकारी सीनियर सैकेंडरी स्मार्ट स्कूल कुलरियां, जिला मानसा, ਤੁਹਾਡੇ ਲਈ ਇੱਕ ਵੀਡੀਓ ਲੈਕਚਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਬਲ ਅਤੇ ਦਬਾਅ ਇਸ ਦੇ ਬਾਰੇ ਪੜਾਂਗੇ ਕਿ ਬਲ ਕੀ ਹੁੰਦਾ ਹੈ, ਇਸ ਦੇ ਕਿਹੜੇ-ਕਿਹੜੇ ਪ੍ਰਭਾਵ ਹਨ, ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਕਿੱਥੇ-ਕਿੱਥੇ ਅਸੀਂ ਇਹਨਾਂ ਪ੍ਰਭਾਵਾਂ ਨੂੰ ਦੇਖਦੇ ਹਾਂ। ਤਾਂ ਆਓ ਵੀਡੀਓ ਵੱਲ ਅੱਗੇ ਵਧਦੇ ਹਾਂ। ਪਿਆਰੇ ਵਿਦਿਆਰਥੀਓ, ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਇੱਕ ਵੀਡੀਓ ਲੈਕਚਰ ਲੈ ਕੇ ਹਾਜ਼ਰ ਹਾਂ। ਇਸ ਵੀਡੀਓ ਲੈਕਚਰ ਦੇ ਵਿੱਚ ਅਸੀਂ ਪੜਾਂਗੇ ਇੱਕ ਤਾਂ ਬਲ ਬਾਰੇ, ਜਿਹੜਾ ਬਲ ਹੈ ਉਹ ਕੀ ਹੁੰਦਾ ਹੈ ਅਤੇ ਇਸ ਦੇ ਵੱਖ-ਵੱਖ ਪ੍ਰਭਾਵ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਕਿੱਥੇ-ਕਿੱਥੇ ਲਾਗੂ ਹੁੰਦਾ ਹੈ, ਇਸ ਦੀਆਂ ਕੀ ਉਦਾਹਰਨਾਂ ਹਨ, ਉਹ ਅਸੀਂ ਡਿਸਕਸ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ ਵੀਡੀਓ। ਪਿਆਰੇ ਵਿਦਿਆਰਥੀਓ, ਤੁਸੀਂ ਜ਼ਮੀਨ ਦੇ ਉੱਤੇ ਰੁੜਦੀ ਕੋਈ ਗੇਂਦ ਦੇਖੀ ਹੋਵੇਗੀ ਜਾਂ ਕੋਈ ਗੇਂਦ ਵਰਗੀ ਵਸਤੂ ਦੇਖੀ ਹੋਵੇਗੀ, ਜਿਹੜੀ ਜ਼ਮੀਨ ਦੇ ਉੱਤੇ ਰੁੜਦੀ ਹੌਲੀ-ਹੌਲੀ ਰੁਕ ਜਾਂਦੀ ਹੈ। ਅਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਆਪਣੀ ਦਿਸ਼ਾ ਵੀ ਬਦਲ ਲੈਂਦੀ ਹੈ, ਜਾਂ ਫਿਰ ਦੋਨੋਂ ਹੀ ਹੋ ਸਕਦੇ ਹਨ ਕਿ ਰੁਕਦੀ ਹੌਲੀ-ਹੌਲੀ ਆਪਣੀ ਦਿਸ਼ਾ ਬਦਲਦੀ ਹੋਈ ਰੁਕ ਜਾਵੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਵੀ ਗਤੀਸ਼ੀਲ ਵਸਤੂ ਹੌਲੀ-ਹੌਲੀ ਰੁਕ ਕਿਉਂ ਜਾਂਦੀ ਹੈ, ਆਪਣੀ ਦਿਸ਼ਾ ਕਿਵੇਂ ਬਦਲ ਲੈਂਦੀ ਹੈ? ਇਸ ਦਾ ਕੀ ਕਾਰਨ ਹੈ? ਆਓ ਆਪਣੀ ਜ਼ਿੰਦਗੀ ਦੇ ਕੁਝ ਅਨੁਭਵ ਯਾਦ ਕਰੀਏ, ਜਿੱਥੇ ਅਸੀਂ ਦੇਖਦੇ ਹਾਂ, ਜਿਵੇਂ ਤੁਸੀਂ ਸਾਹਮਣੇ ਇਸ ਚਿੱਤਰ ਦੇ ਵਿੱਚ ਦੇਖ ਰਹੇ ਹੋ ਕਿ ਕੋਈ ਵਿਅਕਤੀ ਕਿਸੇ ਕਾਰ ਨੂੰ ਧੱਕਾ ਲਾ ਰਿਹਾ ਹੈ। ਉਸ ਧੱਕੇ ਨਾਲ ਇਹ ਕਾਰ ਗਤੀਸ਼ੀਲ ਹੋ ਜਾਂਦੀ ਹੈ। ਇਸੇ ਤਰ੍ਹਾਂ ਕੋਈ ਖਿਡਾਰੀ ਹੈ, ਉਹ ਕਿਸੇ ਗੇਂਦ ਨੂੰ, ਕਿਸੇ ਫੁੱਟਬਾਲ ਨੂੰ ਕਿੱਕ ਮਾਰਦਾ ਹੈ, ਉਸ ਨਾਲ ਉਹ ਫੁੱਟਬਾਲ ਹੈ ਜਿਹੜੀ ਉਹ ਗਤੀ ਪ੍ਰਾਪਤ ਕਰ ਲੈਂਦੀ ਹੈ। ਇਸੇ ਤਰ੍ਹਾਂ ਕਿਸੇ ਮੇਖ ਨੂੰ ਹਥੌੜੇ ਦੀ ਮਦਦ ਦੇ ਨਾਲ ਠੋਕਿਆ ਜਾਂਦਾ ਹੈ। ਤੁਸੀਂ ਦੇਖ ਰਹੇ ਹੋ ਇਹਨਾਂ ਸਾਰੀਆਂ ਦੇ ਵਿੱਚ ਇੱਕ ਪ੍ਰਕਾਰ ਦਾ ਧੱਕਾ ਲਗਾਇਆ ਜਾ ਰਿਹਾ ਹੈ, ਕਾਰ ਨੂੰ ਧੱਕਾ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਇਹ ਜਿਹੜਾ ਖਿਡਾਰੀ ਹੈ ਉਹ ਇਸ ਗੇਂਦ ਨੂੰ ਧੱਕਾ ਲਗਾ ਰਿਹਾ ਹੈ ਔਰ ਇਸ ਮੇਖ ਨੂੰ ਇਸ ਹਥੌੜੇ ਨਾਲ ਧੱਕਾ ਲਗਾਇਆ ਜਾ ਰਿਹਾ ਹੈ। ਕੁਝ ਹੋਰ ਉਦਾਹਰਨਾਂ ਦੇਖੋ। ਇਹ ਖਿਡਾਰੀ ਨੇ ਜਿਹੜੇ ਇਸ ਧਨੁਸ਼ ਦੀ ਜਿਹੜੀ ਤਣੀ ਹੋਈ ਡੋਰੀ ਹੈ ਉਸ ਨੂੰ ਖਿੱਚ ਰਹੇ ਨੇ। ਇਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਤੁਸੀਂ ਰੱਸਾਕੱਸੀ ਦਾ ਮੁਕਾਬਲਾ ਦੇਖਿਆ ਹੋਵੇਗਾ। ਜਿਹੜੇ ਵਿਦਿਆਰਥੀ ਨੇ ਉਹ ਇਸ ਰੱਸੇ ਨੂੰ ਖਿੱਚ ਰਹੇ ਨੇ। ਜਿਮ ਦੇ ਵਿੱਚ ਕੋਈ ਵਿਅਕਤੀ ਜਾਂ ਕੋਈ ਪਰਸਨ, ਕੋਈ ਖਿਡਾਰੀ ਇਸ ਲੀਵਰ ਨੂੰ ਖਿੱਚ ਰਿਹਾ ਹੈ ਔਰ ਜਿਹੜਾ ਇਹ ਕਿਸਾਨ ਹੈ ਇਹ ਇਸ ਪਸ਼ੂ ਨੂੰ ਆਪਣੀ ਤਰਫ ਖਿੱਚ ਰਿਹਾ ਹੈ, ਜਾਂ ਇਹ ਕਹਿ ਲਓ ਵੀ ਇਹ ਜਿਹੜਾ ਪਸ਼ੂ ਹੈ ਇਸ ਕਿਸਾਨ ਨੂੰ ਖਿੱਚ ਰਿਹਾ ਹੈ। ਤਾਂ ਇਹ ਜਿਹੜੀਆਂ ਉਦਾਹਰਨਾਂ ਤੁਸੀਂ ਸਾਹਮਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹ ਇੱਕ ਤਰ੍ਹਾਂ ਦੀ ਖਿੱਚ ਹੈ, ਕਿਉਂਕਿ ਇਹ ਸਾਰੇ ਜਿਹੜੇ ਅਲੱਗ-ਅਲੱਗ ਇਨਸੀਡੈਂਟ ਤੁਸੀਂ ਦੇਖੇ ਨੇ, ਇਹਨਾਂ ਦੇ ਵਿੱਚ ਇਹ ਜਿਹੜੇ ਵਿਅਕਤੀ ਨੇ ਇਹ ਖਿੱਚ ਰਹੇ ਨੇ। ਕਈ ਵਾਰ ਇਹ ਦੋਨੋਂ ਚੀਜ਼ਾਂ ਵੀ ਹੋ ਸਕਦੀਆਂ ਨੇ, ਧੱਕਾ ਵੀ ਹੋ ਸਕਦਾ ਹੈ, ਖਿੱਚ ਵੀ ਹੋ ਸਕਦੀ ਹੈ। ਜਿਵੇਂ ਅਸੀਂ ਇੱਥੇ ਕੁਝ ਉਦਾਹਰਨਾਂ ਦੇਖਦੇ ਹਾਂ। ਇਹ ਜਿਹੜਾ ਵਿਅਕਤੀ ਹੈ, ਬੱਚਾ ਹੈ, ਇਸ ਬੋਟ ਨੂੰ ਚਲਾ ਰਿਹਾ ਹੈ, ਤਾਂ ਇੱਕ ਵਾਰ ਇਹ ਧੱਕਾ ਲਗਾਉਂਦਾ ਹੈ, ਇੱਕ ਵਾਰੀ ਇਸ ਨੂੰ ਖਿੱਚਦਾ ਹੈ, ਜੋ ਇਸ ਦਾ ਚੱਪੂ ਹੈ। ਮਤਲਬ ਇਸ ਤੇ ਦੋਨੋਂ ਤਰ੍ਹਾਂ ਦਾ ਜਿਹੜਾ ਬਲ ਲੱਗ ਰਿਹਾ ਹੈ, ਇੱਕ ਵਾਰੀ ਅੱਗੇ ਨੂੰ ਖਿੱਚਦਾ ਹੈ ਇਸ ਨੂੰ, ਇੱਕ ਵਾਰੀ ਪਿੱਛੇ ਨੂੰ। ਇਸੇ ਤਰ੍ਹਾਂ ਇੱਕ ਜਿਹੜਾ ਫਰਨੀਚਰ ਦਾ ਜਿਹੜਾ ਕਾਰੀਗਰ ਹੁੰਦਾ ਹੈ, ਉਹ ਆਰੀ ਨਾਲ ਜਦੋਂ ਲੱਕੜ ਨੂੰ ਕੱਟਦਾ ਹੈ ਤਾਂ ਇਹ ਵੀ ਇਸ ਤੇ ਦੋਨੋਂ ਤਰ੍ਹਾਂ ਦਾ ਜਿਹੜਾ ਬਲ ਹੈ ਉਹ ਲਗਾਉਂਦਾ ਹੈ। ਖਿੱਚਦਾ ਵੀ ਹੈ ਤੇ ਇਸ ਆਰੀ ਨੂੰ ਢਕਦਾ ਵੀ ਹੈ। ਇੱਕ ਹੋਰ ਉਦਾਹਰਨ ਤੁਸੀਂ ਦੇਖ ਸਕਦੇ ਹੋ, ਕੋਈ ਮੈਜੀਸ਼ੀਅਨ ਹੈ,
ਮਿਊਜ਼ਿਕ ਦੇ ਵਿੱਚ ਜਿਹੜੀ ਸਿਤਾਰ ਨੂੰ ਗਿਟਾਰ ਨੂੰ ਜਦੋਂ ਵਜਾਉਂਦਾ ਹੈ ਤਾਂ ਉਹ ਇਸ ਦੀਆਂ ਤਾਰਾਂ ਨੂੰ ਦੋਨੋਂ ਤਰਫ ਜਿਹੜਾ ਹੈ ਧੁਣਕਾਉਂਦਾ ਹੈ। ਤਾਂ ਇਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਇਹਨਾਂ ਦੋਨੋਂ ਚੀਜ਼ਾਂ ਨੂੰ ਦੇਖ ਰਹੇ ਹੋ, ਖਿੱਚ ਵੀ ਹੈ ਤੇ ਜਿਹੜਾ ਹੈ ਧੱਕਾ ਵੀ ਹੈ। ਤਾਂ ਜਿਹੜੀਆਂ ਇਹ ਤੁਸੀਂ ਕਿਰਿਆਵਾਂ ਦੇਖੀਆਂ, ਜਿਵੇਂ ਕੋਈ ਖਿੱਚਣਾ ਹੈ, ਕੋਈ ਕਿਸੇ ਨੂੰ ਬੰਦ ਕਰਨਾ ਹੈ, ਠੋਕਰ ਮਾਰਨਾ ਹੈ, ਧੱਕਾ ਦੇਣਾ ਹੈ, ਤਾਂ ਇਹ ਜਿਹੜੀਆਂ ਕਿਰਿਆਵਾਂ ਨੇ, ਇਹਨਾਂ ਕਿਰਿਆਵਾਂ ਨੂੰ ਅਕਸਰ ਅਸੀਂ ਕਿਸੇ ਨਾ ਕਿਸੇ ਕਾਰਜ ਦਾ ਵਰਣਨ ਕਰਨ ਦੇ ਲਈ ਵਰਤਦੇ ਹਾਂ। ਔਰ ਹਰ ਇੱਕ ਜਿਹੜੀ ਇਹ ਕਿਰਿਆ ਹੈ, ਇਸ ਕਿਰਿਆ ਦੇ ਵਿੱਚ ਜੋ ਕੋਈ ਕਾਰਜ ਹੋ ਰਿਹਾ ਹੈ ਉਹ ਇੱਕ ਤਰ੍ਹਾਂ ਦਾ ਇਸ 'ਚ ਪਰਿਵਰਤਨ ਲੈ ਕੇ ਆਉਂਦਾ ਹੈ। ਜਿਵੇਂ ਤੁਸੀਂ ਦੇਖਿਆ ਕਿ ਕੋਈ ਫੁੱਟਬਾਲ ਵਿਰਾਮ ਅਵਸਥਾ ਸੀ, ਉਹ ਗਤੀਸ਼ੀਲ ਹੋ ਜਾਂਦੀ ਹੈ। ਇਸ ਤਰ੍ਹਾਂ ਹਰ ਇੱਕ ਜਿਹੜਾ ਕਾਰਜ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਪਰਿਵਰਤਨ ਲੈ ਕੇ ਆਇਆ ਹੈ। ਤਾਂ ਜਿਹੜੀਆਂ ਇਹ ਕਿਰਿਆਵਾਂ ਤੁਸੀਂ ਦੇਖੀਆਂ, ਉਦਾਹਰਨਾਂ ਦੇਖੀਆਂ, ਅਸੀਂ ਇਹਨਾਂ ਤੋਂ ਇਹ ਨੋਟ ਕੀਤਾ ਕਿ ਜਿਹੜਾ ਹਰ ਇੱਕ ਕਾਰਜ ਹੈ ਅਸੀਂ ਉਸ ਨੂੰ ਅਭਿਕਰਸ਼ਣ, ਖਿੱਚ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਜਾਂ ਅਪਕਰਸ਼ਣ, ਜਾਂ ਫਿਰ ਦੋਨੋਂ, ਅਭਿਕਰਸ਼ਣ ਵੀ ਤੇ ਅਪਕਰਸ਼ਣ ਵੀ, ਇਹਨਾਂ ਦੋਨਾਂ ਦੇ ਰੂਪ ਦੇ ਵਿੱਚ ਵਿਅਕਤ ਕਰ ਸਕਦੇ ਹਾਂ। ਹੁਣ ਜਿਹੜੀਆਂ ਤੁਸੀਂ ਸ਼ੁਰੂ 'ਚ ਉਦਾਹਰਨਾਂ ਦੇਖੀਆਂ ਸੀ ਉਹ ਕਿਸ ਚੀਜ਼ ਦੀਆਂ ਸੀ? ਅਪਕਰਸ਼ਣ ਦੀਆਂ ਸੀ। ਉਸ ਤੋਂ ਅਗਲੀ ਸਲਾਈਡ ਦੇ ਵਿੱਚ ਤੁਸੀਂ ਦੇਖਿਆ ਉਹ ਉਦਾਹਰਨਾਂ ਸੀ ਅਭਿਕਰਸ਼ਣ ਦੀਆਂ। ਔਰ ਇੱਕ ਅਸੀਂ ਦੋਨਾਂ ਦੀਆਂ ਉਦਾਹਰਨਾਂ ਵੀ ਕੁਝ ਦੇਖੀਆਂ ਜਿਨ੍ਹਾਂ ਦੇ ਵਿੱਚ ਅਭਿਕਰਸ਼ਣ ਵੀ ਹੈ ਤੇ ਅਪਕਰਸ਼ਣ ਵੀ ਹੈ। ਹੁਣ ਜਿਹੜੀਆਂ ਇਹ ਅਭਿਕਰਸ਼ਣ ਹੈ ਜਾਂ ਅਪਕਰਸ਼ਣ ਹੈ, ਵਿਗਿਆਨ ਦੇ ਵਿੱਚ ਕਿਸੇ ਵੀ ਵਸਤੂ ਦੇ ਉੱਤੇ ਜਿਹੜਾ ਅਭਿਕਰਸ਼ਣ ਜਾਂ ਅਪਕਰਸ਼ਣ ਹੈ ਉਸ ਨੂੰ ਅਸੀਂ ਬਲ ਕਹਿੰਦੇ ਹਾਂ। ਤਾਂ ਜਿਹੜਾ ਇਹ ਬਲ ਹੈ, ਬਲ ਦੀ ਜੇ ਪਰਿਭਾਸ਼ਾ ਦੀ ਅਸੀਂ ਗੱਲ ਕਰੀਏ, ਇਹ ਹੈ ਕਿ ਕਿਸੇ ਵਸਤੂ ਉੱਤੇ ਲੱਗਣ ਵਾਲਾ ਧੱਕਾ ਜਾਂ ਖਿੱਚ, ਜਿਸ ਨੂੰ ਅਸੀਂ ਅਪਕਰਸ਼ਣ ਜਾਂ ਅਭਿਕਰਸ਼ਣ, ਮਤਲਬ ਉਸ ਨੂੰ ਅਸੀਂ ਕੀ ਕਹਾਂਗੇ? ਬਲ ਕਹਾਂਗੇ। ਜਿਵੇਂ ਕਿਸੇ ਕਾਰ ਨੂੰ ਅਸੀਂ ਧੱਕਾ ਮਾਰ ਰਹੇ ਹਾਂ, ਖੂਹ ਚੋਂ ਰੱਸੀ ਨਾਲ ਪਾਣੀ ਕੱਢਦੇ ਹਾਂ, ਦਰਵਾਜ਼ਾ ਖੋਲਦੇ ਹਾਂ, ਦਰਵਾਜ਼ਾ ਬੰਦ ਕਰਦੇ ਹਾਂ, ਤਾਂ ਇਹ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਇਹ ਬਲ ਦੀਆਂ ਨੇ। ਤਾਂ ਹੁਣ ਜਿਹੜਾ ਇਹ ਬਲ ਹੈ ਇਸ ਨੂੰ ਅੰਗਰੇਜ਼ੀ ਦੇ ਅੱਖਰ F ਨਾਲ ਦਰਸਾਇਆ ਜਾਂਦਾ ਹੈ। ਅਸੀਂ ਫੋਰਸ ਤੋਂ ਇਹ ਲਿਆ ਹੈ। ਫੋਰਸ ਦਾ ਜਿਹੜਾ F ਸ਼ਬਦ ਹੈ ਉਸ ਨਾਲ ਅਸੀਂ ਇਸ ਨੂੰ ਦਰਸਾਉਂਦੇ ਹਾਂ। ਔਰ ਇਸ ਦੀ ਮਾਤਰਕ, ਇਸ ਦੀ ਯੂਨਿਟ, ਅਸੀਂ ਫੋਰਸ ਨੂੰ ਜਿਹੜੀ SI ਇਸ ਦੀ ਯੂਨਿਟ ਹੈ, SI ਮਾਤਰਕ ਹੈ ਇਸਦਾ, ਉਹ ਨਿਊਟਨ ਹੈ। ਇਸ ਨੂੰ ਅੰਗਰੇਜ਼ੀ ਦੇ ਵੱਡੇ N ਦੇ ਨਾਲ ਅਸੀਂ ਦਰਸਾਉਂਦੇ ਹਾਂ। ਉਸ ਤੋਂ ਬਾਅਦ ਜਿਹੜੇ ਬਲ ਨੇ, ਇਹ ਬਲ ਪਰਸਪਰ ਕਿਰਿਆ ਦੇ ਕਾਰਨ ਲੱਗਦੇ ਨੇ। ਮਤਲਬ ਦੋ ਕੋਈ ਵੀ ਵਸਤੂਆਂ ਹੋ ਸਕਦੀਆਂ ਨੇ, ਉਹਨਾਂ ਦੀ ਆਪਸੀ ਕਿਰਿਆ ਦੇ ਕਾਰਨ ਲੱਗਦੇ। ਜਿਵੇਂ ਅਸੀਂ ਕੁਝ ਉਦਾਹਰਨਾਂ ਜੇ ਡਿਸਕਸ ਕਰੀਏ, ਇਹ ਪਹਿਲੀ ਉਦਾਹਰਨ ਤੁਸੀਂ ਦੇਖੋ, ਇੱਕ ਕਾਰ ਹੈ, ਉਸ ਕਾਰ ਦੇ ਪਿੱਛੇ ਕੋਈ ਵਿਅਕਤੀ ਖੜਾ ਹੈ। ਤਾਂ ਹੁਣ ਪਿਆਰੇ ਵਿਦਿਆਰਥੀਓ, ਤੁਸੀਂ ਇਹ ਦੱਸੋ ਵੀ ਇਹ ਵਿਅਕਤੀ ਦੇ ਸਿਰਫ ਇਸ ਦੇ ਪਿੱਛੇ ਖੜਨ ਨਾਲ ਕੀ ਇਹ ਕਾਰ ਮੂਵ ਕਰ ਸਕਦੀ ਹੈ? ਜੇ ਇਸ ਕਾਰ ਨੂੰ ਧੱਕਾ ਲਗਾਉਣਾ ਹੈ, ਧੱਕਾ ਲਗਾਉਣ ਦੇ ਲਈ ਵਿਅਕਤੀ ਸਿਰਫ ਪਿੱਛੇ ਜਾ ਕੇ ਖੜ ਗਿਆ, ਤਾਂ ਹੁਣ ਕੀ ਇਹ ਕਾਰ ਮੂਵ ਕਰੂਗੀ? ਤਾਂ ਤੁਸੀਂ ਸਾਰੇ ਸੋਚਦੇ ਹੋਣੇ ਵੀ ਨਹੀਂ ਕਰੂਗੀ, ਬਿਲਕੁਲ ਨਹੀਂ ਕਰੂਗੀ। ਜੇ ਇਸਨੇ ਇਸ ਨੂੰ ਧੱਕਾ ਲਗਾਉਣਾ ਹੈ ਤਾਂ ਇਸ ਨੂੰ ਕਾਰ ਨਾਲ ਆਪਣੇ ਹੱਥ ਹੈ ਜਿਹੜੇ ਉਹ ਲਾ ਕੇ ਕੁਝ ਬਲ ਹੈ ਜਿਹੜਾ ਉਹ ਲਾਣਾ ਪਏਗਾ। ਜਿਵੇਂ ਇੱਕ ਹੋਰ ਉਦਾਹਰਨ ਦੇਖੋ, ਤੁਸੀਂ ਇਸ ਚਿੱਤਰ ਦੇ ਵਿੱਚ ਦੇਖ ਰਹੇ ਹੋ ਕਿ ਇਹ ਦੋ ਜਿਹੜੀਆਂ ਲੜਕੀਆਂ ਨੇ ਇਹ ਕਿੱਕਲੀ ਪਾ ਰਹੀਆਂ ਨੇ। ਤੁਸੀਂ ਦੱਸ ਸਕਦੇ ਹੋ ਵੀ ਕੌਣ ਕਿਸ ਨੂੰ ਖਿੱਚ ਰਿਹਾ ਹੈ ਜਾਂ ਕੌਣ ਕਿਸ ਨੂੰ ਧੱਕ ਰਿਹਾ ਹੈ? ਜਿਵੇਂ ਇੱਕ ਉਦਾਹਰਨ ਹੈ, ਤਾਂ ਇਸ ਦੇ ਵਿੱਚ ਦੋ ਬੱਚੀਆਂ ਖੇਡ ਰਹੀਆਂ ਨੇ। ਤਾਂ ਮਤਲਬ ਕਹਿਣ ਦਾ ਭਾਵ ਹੈ ਕਿ ਜਿਹੜੀਆਂ ਇੱਥੇ ਹੁਣ ਜਿਵੇਂ ਇਹ ਲੜਕੀ ਇਸ ਨੂੰ ਵੀ ਖਿੱਚ ਰਹੀ ਹੈ ਔਰ ਦੂਸਰੀ ਹੈ ਜਿਹੜੀ ਉਹ ਇਸ ਨੂੰ ਖਿੱਚ ਰਹੀ ਹੈ, ਇਹ ਦੋਨੋਂ ਇੱਕ ਦੂਜੇ ਨੂੰ ਧੱਕ ਰਹੇ ਨੇ। ਜਿਵੇਂ ਇਸ ਉਦਾਹਰਨ ਦੇ ਵਿੱਚ ਵੀ ਤੁਸੀਂ ਇਹੀ ਕੁਝ ਦੇਖ ਸਕਦੇ ਹੋ, ਇਹ ਵੀ ਖਿੱਚ ਰਿਹਾ ਹੈ, ਇਹ ਵੀ ਖਿੱਚ ਰਿਹਾ ਹੈ। ਪਰ ਜੇ ਸੋਚ ਕੇ ਦੇਖੋ, ਜੇ ਇਹਨਾਂ ਦੇ ਵਿਚਕਾਰ ਕੋਈ ਕੰਟੈਕਟ ਨਾ ਹੁੰਦਾ ਤਾਂ ਕੀ ਇਹ ਫਿਰ ਵੀ ਇਹੀ ਬਲ ਲੱਗਦਾ?
नहीं। ਤਾਂ ਹਮੇਸ਼ਾ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੀਆਂ ਵਸਤੂਆਂ ਹੋਣਗੀਆਂ ਤਾਂ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ, ਉਹਨਾਂ ਦੀ ਆਪਸੀ ਕਿਰਿਆ ਦਾ ਹੋਣਾ ਜ਼ਰੂਰੀ ਹੈ। ਤਾਂ ਉਸ ਪਰਸਪਰ ਜਿਹੜੀ ਕਿਰਿਆ ਹੈ, ਉਹਨਾਂ ਦੀ ਆਪਸੀ ਜਿਹੜੀ ਕਿਰਿਆ ਹੈ, ਉਸ ਦੇ ਕਾਰਨ ਹੀ ਬਲ ਲੱਗਦਾ ਹੈ। ਆਓ ਬਲਾਂ ਬਾਰੇ ਥੋੜਾ ਹੋਰ ਜਾਣਦੇ ਹਾਂ। ਤੁਸੀਂ ਇਸ ਉਦਾਹਰਨ ਨੂੰ ਦੇਖੋ। ਇਹ ਜਿਹੜਾ ਬੱਚਾ ਹੈ, ਵਿਦਿਆਰਥੀ ਹੈ, ਇਹ ਇੱਕ ਬਾਕਸ ਨੂੰ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਹ ਜਿਹੜਾ ਬਾਕਸ ਹੈ ਉਹ ਇਸ ਤੋਂ ਮਤਲਬ ਧੱਕਿਆ ਨਹੀਂ ਜਾ ਰਿਹਾ। ਤਾਂ ਇਹ ਕੀ ਕਰਦਾ ਹੈ, ਆਪਣੇ ਕਿਸੇ ਦੋਸਤ ਨੂੰ ਬੁਲਾਉਂਦਾ ਹੈ, ਪਰ ਉਹ ਦੋਸਤ ਦੂਸਰੀ ਸਾਈਡ ਤੋਂ ਧੱਕਾ ਲਗਾਉਣਾ ਸ਼ੁਰੂ ਕਰਦਾ ਹੈ। ਇਸ ਤਰਫ ਤੋਂ ਇਹ ਧੱਕਾ ਲਗਾ ਰਿਹਾ ਹੈ, ਇੱਧਰ ਤੋਂ ਇਹ ਧੱਕਾ ਲਗਾ ਰਿਹਾ। ਹੁਣ ਤੁਸੀਂ ਸੋਚ ਕੇ ਦੇਖੋ ਵੀ ਕੀ ਇਹ ਬਾਕਸ ਹੈ ਜਿਹੜਾ ਇਹ ਗਤੀ ਕਰੇਗਾ? ਨਹੀਂ ਕਰੇਗਾ। ਕਦੋਂ ਗਤੀ ਕਰੇਗਾ? ਜਦੋਂ ਦੋਨੋਂ ਇੱਕ ਤਰਫ ਤੋਂ ਉਸ ਬਾਕਸ ਨੂੰ ਧੱਕਣਾ ਸ਼ੁਰੂ ਕਰਨਗੇ। ਤਾਂ ਇਹਦਾ ਕਾਰਨ ਕੀ ਹੈ? ਜਿਹੜਾ ਇਸ ਬੱਚੇ ਦੁਆਰਾ ਲਗਾਇਆ ਬਲ ਸੀ ਉਹ ਘੱਟ ਸੀ, ਇਸ ਲਈ ਇਹ ਜਿਹੜਾ ਬਾਕਸ ਹੈ ਉਹ ਗਤੀ ਨਹੀਂ ਕਰ ਰਿਹਾ ਸੀ, ਕਿਉਂਕਿ ਇਸ ਦਾ ਜਿਹੜਾ ਭਾਰ ਹੈ ਉਹ ਜ਼ਿਆਦਾ ਹੋ ਸਕਦਾ ਹੈ ਇਸ ਦੇ ਲਗਾਏ ਬਲ ਨਾਲ। ਔਰ ਦੂਸਰੀ ਜਿਹੜੀ ਕੰਡੀਸ਼ਨ ਤੁਸੀਂ ਦੇਖੀ ਹੈ, ਇਸ ਦੇ ਵਿੱਚ ਜਿੰਨਾ ਬਲ ਇਸ ਬੱਚੇ ਨੇ ਇਸ ਦਿਸ਼ਾ ਵੱਲ ਨੂੰ ਲਗਾਇਆ, ਓਨਾ ਹੀ ਬਲ, ਲਗਭਗ ਓਨਾ ਹੀ ਬਲ ਇਹ ਜਿਹੜਾ ਬੱਚਾ ਹੈ ਉਹ ਇਸ ਤਰਫ ਵੀ ਲਗਾ ਰਿਹਾ ਹੈ। ਮਤਲਬ ਕਹਿਣ ਦਾ ਭਾਵ ਇਸ ਦੇ ਬਲ ਦਾ ਜਿਹੜਾ ਪ੍ਰਭਾਵ ਸੀ ਉਹ ਇਸ ਨੇ ਕੀ ਕਰਤਾ, ਉਸ ਨੂੰ ਘਟਾਤਾ। ਇਸ ਲਈ ਇੱਥੇ ਜਿਹੜਾ ਇਹ ਬਾਕਸ ਹੈ ਉਹ ਗਤੀ ਨਹੀਂ ਕਰ ਰਿਹਾ। ਪਰ ਜਦੋਂ ਇਹ ਦੋਨੋਂ ਇੱਕ ਤਰਫ ਤੋਂ ਬਲ ਲਗਾਉਣਾ ਸ਼ੁਰੂ ਕਰਨਗੇ ਤਾਂ ਇਹ ਬਾਕਸ ਹੈ ਜਿਹੜਾ ਉਹ ਗਤੀ ਕਰਨਾ ਸ਼ੁਰੂ ਕਰ ਦੇਗਾ। ਤਾਂ ਉਸ ਦਾ ਕਾਰਨ ਕੀ ਹੋਏਗਾ? ਕਿਉਂਕਿ ਜਿੰਨਾ ਬਲ ਇਸ ਨੇ ਲਗਾਇਆ ਓਨਾ ਦੂਸਰੇ ਨੇ ਜਿਹੜਾ ਬਲ ਲਗਾਇਆ, ਤਾਂ ਟੋਟਲ ਜਿਹੜਾ ਬਲ ਹੋਊਗਾ, ਕੁੱਲ ਬਲ ਜਿਹੜਾ ਹੋਊਗਾ ਉਹ ਇਹਨਾਂ ਦੋਨਾਂ ਦੇ ਬਲਾਂ ਦੇ ਜੋੜ ਦੇ ਬਰਾਬਰ ਹੋਏਗਾ। ਹੁਣ ਜਿਵੇਂ ਇਹ ਜਿਹੜੀ ਰੱਸਾਕਸੀ ਦੀ ਖੇਡ ਹੈ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ। ਤਾਂ ਇਸ ਦੇ ਵਿੱਚ ਕੀ ਹੁੰਦਾ ਹੈ, ਜਿੰਨੇ ਵੀ ਵਿਅਕਤੀ ਇਸ ਦੇ ਵਿੱਚ ਹਿੱਸਾ ਲੈਂਦੇ ਹਨ ਤਾਂ ਉਹਨਾਂ ਸਾਰਿਆਂ ਦੇ ਬਲਾਂ ਦਾ ਜਿਹੜਾ ਜੋੜ ਹੈ ਉਹ ਕੁੱਲ ਜਿਹੜਾ ਬਲ ਲੱਗ ਰਿਹਾ ਹੈ ਦੋਨੋਂ ਤਰਫ ਤੋਂ ਉਸ ਦੇ ਬਰਾਬਰ ਰਹੇਗਾ। ਤਾਂ ਇਸ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ ਕਿ ਇੱਕ ਹੀ ਦਿਸ਼ਾ ਵਿੱਚ ਲਗਾਏ ਬਲ ਜੁੜ ਜਾਂਦੇ ਹਨ। ਮਤਲਬ ਜਿਵੇਂ ਇੱਥੇ ਤੁਸੀਂ ਦੇਖਿਆ। ਔਰ ਜੇ ਕਿਸੇ ਵਸਤੂ ਦੇ ਦੋ ਬਲ ਉਲਟ ਦਿਸ਼ਾ ਵਿੱਚ ਕਾਰਜ ਕਰਦੇ ਹਨ ਤਾਂ ਜਿਹੜਾ ਕੁੱਲ ਬਲ ਹੈ ਉਹ ਦੋਨੋਂ ਬਲਾਂ ਦੇ ਅੰਤਰ ਦੇ ਬਰਾਬਰ ਹੁੰਦਾ ਹੈ। ਜਿਵੇਂ ਤੁਸੀਂ ਮੰਨ ਕੇ ਚੱਲੋ ਜਿਹੜੀ ਆਹ ਵਾਲੀ ਕਿਰਿਆ ਹੈ, ਇਸ ਬੱਚੇ ਨੇ ਬਲ ਲਗਾਇਆ F1, ਇਸ ਨੇ ਬਲ ਲਗਾਇਆ F2। ਤਾਂ ਹੁਣ ਜੇ ਇਹਦਾ ਅਸੀਂ ਕੁੱਲ ਜਿਹੜਾ ਬਲ ਹੈ ਉਹ ਪਤਾ ਕਰੀਏ ਤਾਂ ਉਹ ਕਿਹਦੇ ਬਰਾਬਰ ਹੋਊਗਾ? F ਬਰਾਬਰ F1 ਮਾਈਨਸ F2। ਤਾਂ ਇਹਨਾਂ ਦੋਨਾਂ ਦਾ ਜਿਹੜਾ ਅੰਤਰ ਹੈ ਉਸ ਤੇ ਡਿਪੈਂਡ ਕਰਦਾ ਹੈ ਕਿ ਇਹ ਬਾਕਸ ਗਤੀ ਕਰੇਗਾ ਜਾਂ ਨਹੀਂ ਕਰੇਗਾ। ਤਾਂ ਆਬਵੀਅਸਲੀ ਜੇ ਇੱਕ ਦੇ ਧੱਕਾ ਲਗਾਉਣ ਨਾਲ ਨਹੀਂ ਕਰ ਰਿਹਾ ਸੀ ਤਾਂ ਇੱਥੇ ਤਾਂ ਬਲ ਹੋਰ ਵੀ ਘਟ ਜਾਏਗਾ, ਤਾਂ ਇਹ ਗਤੀ ਨਹੀਂ ਕਰੂਗਾ। ਉਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਦੇ ਹਾਂ ਬਲਾਂ ਦੇ ਵੱਖ-ਵੱਖ ਪ੍ਰਭਾਵ। ਤਾਂ ਜਿਹੜੇ ਇਹ ਬਲ ਨੇ, ਇਹਨਾਂ ਬਲਾਂ ਦੁਆਰਾ ਕਿਹੜੇ-ਕਿਹੜੇ ਪ੍ਰਭਾਵ ਜਿਹੜੇ ਪੈਦਾ ਕੀਤੇ ਜਾਂਦੇ ਆ, ਉਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਪ੍ਰਭਾਵ ਦੀ ਅਸੀਂ ਇੱਥੇ ਗੱਲ ਕਰਾਂਗੇ ਕਿ ਜਿਹੜਾ ਇਹ ਬਲ ਹੈ ਇਹ ਵਿਰਾਮ ਅਵਸਥਾ ਤੋਂ ਗਤੀ ਅਵਸਥਾ ਦੇ ਵਿੱਚ ਲਿਆ ਸਕਦਾ ਹੈ। ਮਤਲਬ ਕੋਈ ਵੀ ਵਸਤੂ ਹੈ ਜਦੋਂ ਅਸੀਂ ਉਸ ਤੇ ਬਲ ਲਗਾਉਂਦੇ ਹਾਂ ਤਾਂ ਉਹ ਆਪਣੀ ਵਿਰਾਮ ਅਵਸਥਾ ਤੋਂ ਗਤੀ ਦੇ ਵਿੱਚ ਆ ਜਾਏਗਾ। ਵਿਰਾਮ ਅਵਸਥਾ ਕੀ ਹੁੰਦੀ ਹੈ ਕਿ ਜਦੋਂ ਕਿਸੇ ਵਸਤੂ ਦੀ ਜਿਹੜੀ ਸਥਿਤੀ ਹੈ ਉਹ ਸਮੇਂ ਨਾਲ ਨਹੀਂ ਬਦਲਦੀ। ਜਿਵੇਂ ਕੋਈ ਟੇਬਲ ਹੈ, ਕੋਈ ਕੁਰਸੀ ਹੈ, ਉਹ ਇੱਕ ਜਗ੍ਹਾ ਤੇ ਪਈ ਹੈ,
ਤਾਂ ਉਹ ਵਿਰਾਮ ਅਵਸਥਾ 'ਚ ਹੈ, ਉਹ ਉਦੋਂ ਤੱਕ ਮੂਵ ਨਹੀਂ ਕਰਦੀ ਜਦੋਂ ਤੱਕ ਅਸੀਂ ਉਸ ਤੇ ਕੋਈ ਬਲ ਨਹੀਂ ਲਗਾਉਂਦੇ। ਤਾਂ ਇਹ ਬਲ ਦਾ ਜਿਹੜਾ ਪਹਿਲਾ ਪ੍ਰਭਾਵ ਹੈ ਜਿਹੜਾ ਅਸੀਂ ਇੱਥੇ ਡਿਸਕਸ ਕਰਾਂਗੇ। ਦੂਸਰਾ ਜਿਹੜਾ ਹੈ ਕਿ ਇਹ ਗਤੀ ਵਿੱਚ ਪਰਿਵਰਤਨ ਕਰ ਸਕਦਾ ਹੈ, ਗਤੀ ਨੂੰ ਵਧਾ ਸਕਦਾ ਹੈ, ਗਤੀ ਨੂੰ ਘਟਾ ਸਕਦਾ ਹੈ। ਤਾਂ ਇਹ ਬਲ ਦਾ ਦੂਸਰਾ ਜਿਹੜਾ ਪ੍ਰਭਾਵ ਹੈ। ਤੀਸਰਾ ਹੈ ਕਿ ਇਹ ਕਿਸੇ ਵਸਤੂ ਦੀ ਸ਼ਕਲ ਬਦਲ ਸਕਦਾ ਹੈ, ਆਕਾਰ ਬਦਲ ਸਕਦਾ ਹੈ। ਚੌਥਾ ਜਿਹੜਾ ਪ੍ਰਭਾਵ ਹੈ ਕਿ ਇਹ ਦਿਸ਼ਾ ਪਰਿਵਰਤਨ ਕਰ ਸਕਦਾ ਹੈ। ਤਾਂ ਆਓ ਇੱਕ ਇੱਕ ਕਰਕੇ ਉਦਾਹਰਨਾਂ ਦੀ ਸਹਾਇਤਾ ਦੇ ਨਾਲ ਇਸ ਦੇ ਜਿਹੜੇ ਵੱਖ-ਵੱਖ ਪ੍ਰਭਾਵ ਨੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਵਿਰਾਮ ਅਵਸਥਾ ਤੋਂ ਗਤੀ ਅਵਸਥਾ ਵਿੱਚ ਲਿਆ ਸਕਦਾ ਹੈ। ਹੁਣ ਕੁਝ ਉਦਾਹਰਨਾਂ ਦੇਖੋ, ਜਿਵੇਂ ਸਭ ਤੋਂ ਪਹਿਲੀ ਜਿਹੜੀ ਉਦਾਹਰਨ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹ ਖਿਡਾਰੀ ਹੈ, ਇਹ ਖਿਡਾਰੀ ਇਸ ਫੁੱਟਬਾਲ ਦੇ ਉੱਤੇ ਬਲ ਲਗਾਉਂਦਾ ਹੈ, ਆਪਣੇ ਪੈਰ ਦੀ ਸਹਾਇਤਾ ਦੇ ਨਾਲ ਬਲ ਲਗਾਉਂਦਾ ਹੈ। ਤਾਂ ਜਿਹੜਾ ਇਹ ਫੁੱਟਬਾਲ ਸੀ ਉਹ ਇੱਥੇ ਪਹਿਲਾਂ ਵਿਰਾਮ ਅਵਸਥਾ 'ਚ ਪਿਆ ਸੀ, ਤਾਂ ਇਸ ਤੇ ਬਲ ਲੱਗਦਿਆਂ ਹੀ ਇਹ ਜਿਹੜਾ ਹੈ ਗਤੀ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਇਹ ਇੱਕ ਉਦਾਹਰਨ ਹੈ ਤੁਹਾਡੀ ਡੇਲੀ ਲਾਈਫ ਦੇ ਵਿੱਚੋਂ। ਦੂਸਰੀ ਜੀ ਉਦਾਹਰਨ ਹੈ ਕਿ ਕੋਈ ਵਿਅਕਤੀ ਹੈ, ਕੋਈ ਵਿਦਿਆਰਥੀ ਹੈ, ਉਹ ਕਿਸੇ ਬਾਕਸ ਦੇ ਉੱਤੇ ਬਲ ਲਗਾਉਂਦਾ ਹੈ ਤੇ ਉਹ ਬਾਕਸ ਜਿਹੜਾ ਹੈ ਉਹ ਮੂਵ ਕਰ ਜਾਂਦਾ ਹੈ। ਪਹਿਲਾਂ ਉਹ ਬਾਕਸ ਵਿਰਾਮ ਅਵਸਥਾ ਸੀ, ਜਿਵੇਂ ਹੀ ਇਹ ਬਲ ਲਗਾਉਂਦਾ ਤਾਂ ਉਹ ਮੂਵ ਕਰਨਾ ਸ਼ੁਰੂ ਕਰ ਦਿੰਦਾ। ਇਹ ਵੀ ਕਿਸੇ ਤਰ੍ਹਾਂ ਦੀ ਉਦਾਹਰਨ ਹੈ। ਔਰ ਤੁਸੀਂ ਦੀਵਾਲੀ ਦੇ ਸਮੇਂ ਇਹ ਆਤਿਸ਼ਬਾਜ਼ੀਆਂ ਦੇਖੀਆਂ ਹੋਣਗੀਆਂ। ਜਿਵੇਂ ਹੀ ਅਸੀਂ ਇਸ ਨੂੰ ਅੱਗ ਲਗਾਉਂਦੇ ਹਾਂ ਤਾਂ ਜਿਹੜੀ ਇਸ ਦੇ ਵਿੱਚ ਜੋ ਬਾਰੂਦ ਹੁੰਦਾ ਹੈ ਉਹ ਨੀਚੇ ਨੂੰ ਜਿਹੜਾ ਹੈ ਮਤਲਬ ਗੈਸਾਂ ਉਸ ਦੇ ਵਿੱਚੋਂ ਨੀਚੇ ਦੀ ਤਰਫ ਨਿਕਲਦੀਆਂ ਨੇ ਤੇ ਉੱਪਰ ਨੂੰ ਕੀ ਲੱਗਦਾ, ਉਸ ਤੇ ਇੱਕ ਬਲ ਲੱਗਦਾ ਹੈ। ਪਹਿਲਾਂ ਇਹ ਵਿਰਾਮ ਅਵਸਥਾ ਜਾਂਦੀ ਹੈ ਤਾਂ ਇਹ ਗਤੀ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਇਹ ਤਿੰਨ ਉਦਾਹਰਨਾਂ ਤੋਂ ਇਲਾਵਾ ਵੀ ਤੁਹਾਡੀ ਲਾਈਫ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਉਦਾਹਰਨਾਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਨੋਟ ਕਰਨਾ ਹੈ, ਆਪਣੀ ਕਾਪੀ ਦੇ ਉੱਤੇ ਲਿਖ ਲੈਣਾ ਹੈ। ਉਸ ਨਾਲ ਤੁਹਾਨੂੰ ਇਹ ਕਨਸੈਪਟ ਹੈ ਜਿਹੜਾ ਉਹ ਹੋਰ ਵੀ ਜਿਹੜਾ ਹੈ ਕਲੀਅਰ ਹੋ ਜਾਏਗਾ। ਅਗਲਾ ਜਿਹੜਾ ਪ੍ਰਭਾਵ ਸੀ ਕਿ ਇਹ ਗਤੀ ਵਿੱਚ ਪਰਿਵਰਤਨ ਕਰ ਸਕਦਾ ਹੈ। ਹੁਣ ਕਿਸ ਤਰ੍ਹਾਂ, ਜਿਵੇਂ ਤੁਸੀਂ ਇਸ ਉਦਾਹਰਨ ਨੂੰ ਦੇਖੋ ਕਿ ਜਿਹੜਾ ਇਹ ਕੋਈ ਸਾਈਕਲਿਸਟ ਹੈ, ਇਹ ਆਪਣੇ ਪੈਡਲਾਂ ਦੀ ਜਿਹੜੀ ਗਤੀ ਹੈ ਜਦੋਂ ਉਸਨੂੰ ਤੇਜ਼ ਕਰ ਦਿੰਦਾ ਹੈ ਤਾਂ ਸਾਈਕਲ ਦੀ ਜਿਹੜੀ ਗਤੀ ਹੈ ਉਹ ਵੱਧ ਜਾਂਦੀ ਹੈ, ਪਹਿਲਾਂ ਨਾਲੋਂ ਤੇਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੰਦਾ ਹੈ। ਮਤਲਬ ਜਿਵੇਂ ਹੀ ਇਸਨੇ ਇਸ ਦੇ ਉੱਤੇ ਬਲ ਲਗਾਇਆ ਤਾਂ ਇਸ ਦੀ ਜਿਹੜੀ ਗਤੀ ਹੈ ਉਹ ਕੀ ਹੋ ਗਈ, ਵੱਧ ਗਈ। ਔਰ ਇਸੇ ਤਰ੍ਹਾਂ ਕੋਈ ਖਿਡਾਰੀ ਹੈ, ਕੋਈ ਕ੍ਰਿਕਟਰ ਹੈ, ਜਦੋਂ ਬਾਲ ਉਸ ਤੇ ਪਾਸ ਆਉਂਦੀ ਹੈ ਤਾਂ ਉਹ ਗਤੀ ਕਰ ਰਹੀ ਬਾਲ ਨੂੰ ਰੋਕ ਲੈਂਦਾ ਹੈ, ਬਲ ਲਗਾਉਂਦਾ ਹੈ ਉਸ ਤੇ, ਜਿਸ ਨਾਲ ਉਹ ਰੁਕ ਜਾਂਦੀ ਹੈ ਤਾਂ ਇਸ ਦੀ ਗਤੀ ਜਿਹੜੀ ਹੈ ਉਹ ਘਟ ਜਾਂਦੀ ਹੈ। ਇਸ ਤਰ੍ਹਾਂ ਹੀ ਇੱਕ ਇਹ ਬੱਚਾ ਹੈ, ਖੇਡ ਰਿਹਾ ਹੈ ਤਾਂ ਇਹ ਟਾਇਰ ਦੇ ਉੱਤੇ ਇਸ ਡੰਡੇ ਦੀ ਸਹਾਇਤਾ ਦੇ ਨਾਲ ਬਲ ਲਗਾਉਂਦਾ ਹੈ, ਜਿਸ ਨਾਲ ਇਹ ਟਾਇਰ ਜਿਹੜਾ ਹੈ ਉਹ ਗਤੀ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਹੋਰ ਤੇਜ਼ੀ ਨਾਲ ਇਸ ਤੇ ਬਲ ਲਗਾਉਂਦਾ ਹੈ ਤਾਂ ਇਹ ਹੋਰ ਤੇਜ਼ੀ ਨਾਲ ਦੌੜਦਾ ਹੈ। ਤਾਂ ਇਹ ਕੁਝ ਉਦਾਹਰਨਾਂ ਨੇ ਜਿਨ੍ਹਾਂ ਰਾਹੀਂ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਜਿਵੇਂ ਹੀ ਅਸੀਂ ਕਿਸੇ ਵਸਤੂਆਂ ਤੇ ਬਲ ਲਗਾਉਂਦੇ ਹਾਂ ਤਾਂ ਉਹ ਜਿਹੜੀਆਂ ਵਸਤੂਆਂ ਨੇ ਉਹਨਾਂ ਦੀ ਜਿਹੜੀ ਗਤੀ ਹੈ ਉਹ ਬਲ ਲਗਾਉਣ ਨਾਲ ਵੱਧ ਸਕਦੀ ਹੈ, ਬਲ ਲਗਾਉਣ ਨਾਲ ਘਟ ਸਕਦੀ ਹੈ। ਜਿਵੇਂ ਜੇ ਸਾਈਕਲ ਵਾਲਾ ਉਸ ਤੇ ਬ੍ਰੇਕ ਲਗਾਉਂਦਾ ਹੈ ਤਾਂ ਉਸ ਦੀ ਗਤੀ ਕੀ ਹੋ ਜਾਊਗੀ, ਘਟ ਜਾਏਗੀ। ਤਾਂ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਉਦਾਹਰਨਾਂ ਤੁਹਾਡੀ ਡੇਲੀ ਲਾਈਫ ਦੇ ਵਿੱਚ ਤੁਹਾਨੂੰ ਹੋਰ ਵੀ ਮਿਲ ਸਕਦੀਆਂ ਨੇ। ਅਗਲਾ ਜਿਹੜਾ ਪ੍ਰਭਾਵ ਸੀ ਕਿ ਆਕਾਰ ਬਦਲ ਜਾਂਦਾ ਹੈ ਬਲ ਲਗਾਉਣ ਦੇ ਨਾਲ, ਸ਼ਕਲ ਬਦਲ ਜਾਂਦੀ ਹੈ। ਹੁਣ ਸ਼ਕਲ ਦੋ ਤਰ੍ਹਾਂ ਨਾਲ ਬਦਲ ਸਕਦੀ ਹੈ, ਟੈਂਪਰੇਰੀ ਹੋ ਸਕਦਾ ਹੈ ਜਾਂ ਪਰਮਾਨੈਂਟਲੀ ਹੋ ਸਕਦੀ ਹੈ। ਜਿਵੇਂ ਤੁਸੀਂ ਕੁਝ ਉਦਾਹਰਨਾਂ ਦੇਖੋ ਕਿ ਅਸੀਂ ਹੱਥ ਦੀ ਸਹਾਇਤਾ ਦੇ ਨਾਲ ਕਿਸੇ ਸਪੰਜ ਨੂੰ ਦਬਾਉਂਦੇ ਹਾਂ, ਜਿਸ ਨੂੰ ਤੁਸੀਂ ਜਿਵੇਂ ਹੀ ਛੱਡ ਦੋਗੇ ਤਾਂ ਦੁਬਾਰਾ ਉਹ ਆਪਣਾ ਆਕਾਰ ਹੈ ਜਿਹੜਾ ਉਹ ਲੈ ਲੈਂਦੀ ਹੈ। ਇਸੇ ਤਰ੍ਹਾਂ ਕੋਈ ਟ੍ਰੇਨ ਹੈ, ਜਦੋਂ ਅਸੀਂ ਉਸ ਨੂੰ ਬਲ ਲਗਾ ਕੇ ਉਸਨੂੰ ਜਿਹੜਾ ਹੈ ਉਸ ਤੇ ਬਲ ਲਗਾਈਏ ਤਾਂ ਇਸ ਦੀ ਜਿਹੜੀ ਸ਼ੇਪ ਹੈ ਤੁਸੀਂ ਦੇਖ ਰਹੇ ਹੋ ਉਹ ਕੀ ਹੋ ਜਾਂਦੀ ਹੈ, ਵਿਗੜ ਜਾਂਦੀ ਹੈ। ਇਸੇ ਤਰ੍ਹਾਂ ਇਹ ਤੁਸੀਂ ਰੋਜ਼ ਦੇਖਦੇ ਹੋਵੋਗੇ ਜਦੋਂ ਤੁਸੀਂ ਆਪਣੇ ਦੰਦਾਂ ਨੂੰ ਬ੍ਰਸ਼ ਕਰਦੇ ਹੋ ਤਾਂ ਜਿਹੜੀ ਟੂਥਪੇਸਟ ਹੈ ਉਸ ਨੂੰ ਜਦੋਂ ਅਸੀਂ ਦਬਾਉਂਦੇ ਹਾਂ ਤਾਂ ਉਸ ਦਾ ਵੀ ਜਿਹੜਾ ਆਕਾਰ ਹੈ ਉਹ ਬਦਲ ਜਾਂਦਾ ਹੈ, ਉਸ ਤੇ ਅਸੀਂ ਬਲ ਲਗਾਉਂਦੇ ਹਾਂ। ਇਸੇ ਤਰ੍ਹਾਂ ਕੋਈ ਗੁਬਾਰਾ ਹੈ, ਅਸੀਂ ਉਸ ਗੁਬਾਰੇ ਦੇ ਉੱਤੇ ਜਦੋਂ ਬਲ ਲਗਾਉਂਦੇ ਹਾਂ ਤਾਂ ਉਸ ਦਾ ਵੀ ਜਿਹੜੀ ਆਕਾਰ ਹੈ ਉਹ ਸ਼ਕਲ ਹੈ ਉਹ ਬਦਲ ਜਾਂਦੀ ਹੈ। ਇੱਕ ਹੋਰ ਉਦਾਹਰਨ ਹੈ ਜਿਹੜੇ ਮਿੱਟੀ ਬਣਾਉਣ ਮਿੱਟੀ ਦੇ ਜਿਹੜੇ ਬਰਤਨ ਤਿਆਰ ਕਰਦੇ ਨੇ
ਤਾਂ ਉਹ ਮਿੱਟੀ ਨੂੰ ਲੈਂਦੇ ਹੈ ਤਾਂ ਉਸਨੂੰ ਬਲ ਲਗਾ ਕੇ ਉਸਦੀ ਜਿਹੜੀ ਸ਼ਕਲ ਹੈ ਉਸਨੂੰ ਬਦਲ ਕੇ ਇੱਕ ਬਰਤਨ ਦੇ ਰੂਪ ਦੇ ਵਿੱਚ ਢਾਲ ਦਿੰਦੇ ਨੇ। ਤਾਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਤੁਹਾਡੀ ਡੇਲੀ ਲਾਈਫ ਦੇ ਵਿੱਚ ਤੁਹਾਨੂੰ ਮਿਲਣਗੀਆਂ। ਤੁਸੀਂ ਉਹਨਾਂ ਨੂੰ ਨੋਟ ਕਰਨਾ ਹੈ, ਦੇਖਣਾ ਹੈ, ਜਿਸ ਨਾਲ ਇਹ ਕਨਸੈਪਟ ਹੈ ਜਿਹੜੇ ਤੁਹਾਡੇ ਹੋਰ ਵੀ ਜਿਹੜੇ ਮਤਲਬ ਕਲੀਅਰ ਹੋ ਜਾਣਗੇ। ਅਗਲੀ ਜਿਹੜੀ ਗੱਲ ਕਰਦੇ ਹਾਂ ਕਿ ਜਿਹੜਾ ਬਲ ਹੈ ਉਹ ਦਿਸ਼ਾ ਪਰਿਵਰਤਿਤ ਕਰ ਦਿੰਦਾ ਹੈ, ਦਿਸ਼ਾ ਬਦਲ ਦਿੰਦਾ ਹੈ। ਤਾਂ ਉਸ ਦੇ ਵਿੱਚ ਅਸੀਂ ਉਦਾਹਰਨ ਲੈਂਦੇ ਹਾਂ, ਇੱਕ ਕ੍ਰਿਕਟਰ ਹੈ, ਜਦੋਂ ਬॉलਰ ਉਸਨੂੰ ਬਾਲ ਪਾਉਂਦਾ ਹੈ ਤਾਂ ਉਹ ਜਿਹੜੀ ਬਾਲ ਹੈ ਉਹ ਇੱਕ ਦਿਸ਼ਾ ਤੋਂ ਆ ਰਹੀ ਹੈ ਔਰ ਜਿਹੜਾ ਬੈਟਸਮੈਨ ਹੈ, ਜਿਵੇਂ ਆ ਬਾਲ ਸੀ ਇਹ ਇਸ ਤਰ੍ਹਾਂ ਤੋਂ ਆ ਰਹੀ ਸੀ, ਬੈਟਸਮੈਨ ਨੇ ਇਸ ਦੀ ਦਿਸ਼ਾ ਨੂੰ ਕੀ ਕਰਤਾ, ਬਦਲਤਾ। ਤੁਸੀਂ ਦੇਖਿਆ ਹੋਵੇਗਾ ਕਿ ਕੋਈ ਬਾਲ ਜਿਸ ਤਰਫ ਤੋਂ ਆ ਰਹੀ ਹੈ ਉਸ ਦੂਸਰੀ ਤਰਫ ਨੂੰ ਜਾਂਦੀ ਹੈ, ਕਦੇ ਕੋਈ ਚੌਕਾ ਲੱਗਦਾ ਹੈ, ਕੋਈ ਛੱਕਾ ਲੱਗਦਾ ਹੈ, ਤਾਂ ਉਹ ਬਲ ਦੇ ਨਾਲ ਹੀ ਹੁੰਦਾ ਹੈ ਕਿ ਉਸ ਬਾਲ ਦੀ ਜਿਹੜੀ ਦਿਸ਼ਾ ਹੈ ਉਹ ਬਦਲ ਜਾਂਦੀ ਹੈ। ਇਸੇ ਤਰ੍ਹਾਂ ਇੱਕ ਹੋਰ ਉਦਾਹਰਨ ਦੇਖਦੇ ਹਾਂ ਕਿ ਕੋਈ ਫੁੱਟਬਾਲਰ ਹੈ, ਉਹ ਵੀ ਬਲ ਦੀ ਸਹਾਇਤਾ ਦੇ ਨਾਲ ਜਦੋਂ ਉਹ ਬਲ ਲਗਾਉਂਦਾ ਹੈ ਤਾਂ ਫੁੱਟਬਾਲ ਦੀ ਜਿਹੜੀ ਦਿਸ਼ਾ ਹੈ ਉਹ ਕੀ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਤੁਸੀਂ ਬੈਡਮਿੰਟਨ ਦੇਖਿਆ ਹੋਵੇਗਾ, ਉਸ ਦੇ ਵਿੱਚ ਵੀ ਜਿਹੜਾ ਰੈਕਟ ਹੈ ਉਸ ਦੀ ਸਹਾਇਤਾ ਦੇ ਨਾਲ ਜਿਹੜੀ ਦਿਸ਼ਾ ਹੈ ਉਹ ਬਦਲੀ ਜਾ ਸਕਦੀ ਹੈ। ਔਰ ਇਸੇ ਤਰ੍ਹਾਂ ਇਹ ਖਿਡਾਰੀ ਤੁਸੀਂ ਦੇਖ ਰਹੇ ਹੋ ਜਦੋਂ ਇਸ ਗੋਲੇ ਨੂੰ ਸੁੱਟਦਾ ਹੈ ਤਾਂ ਇਸ ਦਾ ਵੀ ਜਿਹੜੀ ਦਿਸ਼ਾ ਹੈ ਬਦਲ ਜਾਂਦੀ ਹੈ। ਭਾਵ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਜਿਹੜਾ ਬਲ ਹੈ ਉਹ ਵਸਤੂਆਂ ਦੀ ਦਿਸ਼ਾ ਪਰਿਵਰਤਿਤ ਵੀ ਕਰ ਸਕਦਾ ਹੈ। ਤਾਂ ਜਿਹੜਾ ਇਹ ਭਾਗ ਅਸੀਂ ਇਸ ਵੀਡੀਓ ਦੇ ਵਿੱਚ ਪੜ੍ਹਿਆ, ਬਲ ਬਾਰੇ ਪੜ੍ਹਿਆ ਅਸੀਂ, ਔਰ ਬਲ ਦੀ ਪਰਿਭਾਸ਼ਾ, ਬਲ ਦੀਆਂ ਯੂਨਿਟਸ ਤੇ ਬਲ ਦੇ ਵੱਖ-ਵੱਖ ਪ੍ਰਭਾਵ, ਔਰ ਇਹਨਾਂ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਨੇ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ। ਅਸੀਂ ਇੱਕ ਇੱਕ ਕਰਕੇ ਉਹਨਾਂ ਪ੍ਰਸ਼ਨਾਂ ਨੂੰ ਡਿਸਕਸ ਕਰਦੇ ਹਾਂ। ਤੁਸੀਂ ਧਿਆਨ ਨਾਲ ਸੁਣਿਆ ਹੋਵੇਗਾ ਤਾਂ ਇਹ ਕੁਐਸਚਨ ਤੁਹਾਨੂੰ ਵੀ ਹੁਣ ਆਉਂਦੇ ਹੋਣਗੇ। ਤੁਸੀਂ ਕੋਸ਼ਿਸ਼ ਕਰੋਗੇ ਇਸ ਚੀਜ਼ ਨੂੰ ਉੱਤਰ ਦੇਣ ਦੀ। ਜਿਵੇਂ ਪਹਿਲਾ ਜਿਹੜਾ ਪ੍ਰਸ਼ਨ ਹੈ ਕਿ ਧੱਕੇ ਜਾਂ ਖਿਚਾਅ ਦੇ ਦੁਆਰਾ ਵਸਤੂਆਂ ਦੀ ਗਤੀ ਦੀ ਜਿਹੜੀ ਅਵਸਥਾ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ। ਹੁਣ ਅਸੀਂ ਅਵਸਥਾ ਪਰਿਵਰਤਨ ਭਾਵ ਉਸ ਦੀ ਗਤੀ ਦਾ ਵਧਣਾ ਜਾਂ ਗਤੀ ਦਾ ਘਟਣਾ, ਧੱਕਾ ਜਾਂ ਖਿਚਾਅ, ਜਿਵੇਂ ਅਸੀਂ ਕਿਸੇ ਕਾਰ ਨੂੰ ਧੱਕਾ ਲਗਾਉਂਦੇ ਹਾਂ ਤਾਂ ਉਸ ਦੀ ਗਤੀ ਦੀ ਅਵਸਥਾ ਬਦਲ ਜਾਂਦੀ ਹੈ, ਜਾਂ ਬ੍ਰੇਕ ਲਗਾਉਂਦੇ ਹਾਂ, ਸਾਈਕਲ ਤੇ ਪੈਡਲ ਜਿਹੜਾ ਮਾਰਦੇ ਹਾਂ, ਤਾਂ ਇਹ ਸਾਰੀਆਂ ਉਦਾਹਰਨਾਂ ਨੇ ਜਿਹੜੀਆਂ ਤੁਸੀਂ ਇੱਥੇ ਇੱਕ ਕਰਕੇ ਲਿਖ ਸਕਦੇ ਹੋ। ਔਰ ਇਸ ਤੋਂ ਇਲਾਵਾ ਦੂਸਰਾ ਪ੍ਰਸ਼ਨ ਹੈ, ਅਜਿਹੀਆਂ ਦੋ ਉਦਾਹਰਨਾਂ ਦਿਓ ਜਿਨ੍ਹਾਂ ਵਿੱਚ ਲਾਏ ਗਏ ਬਲ ਦੁਆਰਾ ਵਸਤੂ ਦੀ ਆਕ੍ਰਿਤੀ ਵਿੱਚ ਪਰਿਵਰਤਨ ਹੋ ਜਾਵੇ, ਮਤਲਬ ਉਸਦਾ ਆਕਾਰ ਬਦਲ ਜਾਏ। ਤਾਂ ਉਹਦੇ ਲਈ ਜਿਹੜਾ ਅਸੀਂ ਹੁਣ ਡਿਸਕਸ ਕਰਕੇ ਹਟੇ ਹਾਂ ਕਿ ਕੋਈ ਗੁਬਾਰਾ ਹੈ, ਅਸੀਂ ਉਸ ਦੇ ਉੱਪਰ ਬਲ ਲਗਾਉਂਦੇ ਹਾਂ ਤਾਂ ਉਸਦਾ ਆਕਾਰ ਬਦਲ ਜਾਂਦਾ ਹੈ, ਜਾਂ ਕੋਈ ਸਪੰਜ ਹੈ ਉਸ ਨੂੰ ਅਸੀਂ ਦੱਬ ਦਿੰਦੇ ਹਾਂ ਹੱਥ ਦੇ ਨਾਲ। ਪਰ ਇਸੇ ਤਰ੍ਹਾਂ ਕੋਈ ਕੇਨ ਹੈ, ਅਸੀਂ ਉਸ ਨੂੰ ਉਸ ਦੇ ਉੱਪਰ ਬਲ ਲਗਾਈਏ ਤਾਂ ਉਸਦਾ ਆਕਾਰ ਜਿਹੜੀ ਹੈ, ਸ਼ਕਲ ਉਹ ਵਿਗੜ ਜਾਂਦੀ ਹੈ। ਔਰ ਤੁਸੀਂ ਘਰ ਦੇ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਤੁਹਾਡੇ ਮਾਤਾ ਜੀ ਆਟਾ ਗੁੰਨਦੇ ਨੇ ਤਾਂ ਉਹ ਹੱਥ ਦੇ ਨਾਲ ਉਸ ਦੇ ਉੱਪਰ ਬਲ ਲਗਾਉਂਦੇ ਹੈ, ਤਾਂ ਉਸ ਨਾਲ ਵੀ ਜਿਹੜਾ ਉਹ ਆਟਾ ਹੈ ਉਸ ਦਾ ਜਿਹੜਾ ਆਕਾਰ ਹੈ ਉਹ ਲਗਾਤਾਰ ਬਦਲਦਾ ਰਹਿੰਦਾ ਹੈ। ਅਗਲੀ ਜਿਹੜੀ ਪ੍ਰਸ਼ਨ ਹੈ ਉਹ ਅਸੀਂ ਦੇਖਦੇ ਹਾਂ, ਇੱਕ ਤੀਰ ਅੰਦਾਜ਼ ਟੀਚੇ ਵੱਲ ਨਿਸ਼ਾਨਾ ਸਾਧਦੀ ਹੋਈ ਆਪਣੀ ਕਮਾਨ ਨੂੰ ਖਿੱਚਦੀ ਹੈ, ਫਿਰ ਉਹ ਤੀਰ ਨੂੰ ਛੱਡਦੀ ਹੈ, ਜਿਹੜਾ ਆਪਣੇ ਟੀਚੇ ਵੱਲ ਵਧਣ ਲੱਗਦਾ ਹੈ। ਤਾਂ ਇਹ ਜਿਹੜੀ ਸੂਚਨਾ ਹੈ ਇਸ ਦੇ ਆਧਾਰ ਤੇ ਨੀਚੇ ਕੁਝ ਖਾਲੀ ਥਾਵਾਂ ਦਿੱਤੀਆਂ ਗਈਆਂ ਨੇ, ਤਾਂ ਉਹਨਾਂ ਨੂੰ ਭਰਨਾ ਹੈ। ਜਿਵੇਂ ਸਭ ਤੋਂ ਪਹਿਲੀ ਜਿਹੜੀ ਖਾਲੀ ਥਾਂ ਹੈ ਕਿ ਕਮਾਨ ਨੂੰ ਖਿੱਚਣ ਦੇ ਲਈ ਤੀਰ ਅੰਦਾਜ਼ ਇੱਕ ਬਲ ਆਉਂਦਾ ਹੈ ਜਿਸ ਦੇ ਕਾਰਨ ਇਸ ਦੀ ਡੈਸ਼ ਵਿੱਚ ਪਰਿਵਰਤਨ ਹੁੰਦਾ। ਹੁਣ ਜਿਹੜਾ ਉਹ ਡੋਰੀ ਹੈ, ਜਦੋਂ ਡੋਰੀ ਨੂੰ ਖਿੱਚਿਆ ਜਾਏਗਾ ਤਾਂ ਉਹ ਡੋਰੀ ਦੀ ਸ਼ਕਲ ਜਾਂ ਆਕਾਰ ਦੇ ਵਿੱਚ ਪਰਿਵਰਤਨ ਆਉਂਦਾ ਹੈ। ਪਹਿਲਾਂ ਉਹ ਸਿੱਧੀ ਦਿਸ਼ਾ ਦੇ ਵਿੱਚ ਸੀ, ਫਿਰ ਜਦੋਂ ਉਸ ਨੂੰ ਖਿੱਚਿਆ ਜਾਂਦਾ ਹੈ ਤਾਂ ਉਸ ਦੀ ਜਿਹੜੀ ਆਕਾਰ ਹੈ ਉਹ ਬਦਲ ਜਾਂਦਾ ਹੈ। ਅਗਲੀ ਜਿਹੜੀ ਖਾਲੀ ਥਾਂ ਹੈ ਕਿ ਕਮਾਨ ਨੂੰ ਖਿੱਚਣ ਦੇ ਲਈ ਤੀਰ ਅੰਦਾਜ਼ ਦੁਆਰਾ ਲਾਇਆ ਗਿਆ ਬਲ ਡੈਸ਼ ਬਲ ਦੀ ਉਦਾਹਰਨ ਹੈ।
ਤਾਂ ਇਹ ਇੱਕ ਪੇਸ਼ੀ ਬਲ ਹੈ ਜਿਸ ਨੂੰ ਅਸੀਂ ਅੱਗੇ ਦੀ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਵਿੱਚ ਡਿਸਕਸ ਕਰਾਂਗੇ ਕਿ ਬਲ ਨੇ ਜਿਹੜੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਅਗਲਾ ਹੈ ਕਿ ਤੀਰ ਦੀ ਗਤੀ ਅਵਸਥਾ ਵਿੱਚ ਪਰਿਵਰਤਨ ਦੇ ਲਈ ਜ਼ਿੰਮੇਵਾਰ ਬਲ ਦੀ ਕਿਸਮ ਸੰਪਰਕ ਬਲ ਦੀ ਉਦਾਹਰਨ ਹੈ। ਇਹ ਵੀ ਅਸੀਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਸੰਪਰਕ ਬਲ ਤੇ ਅਸੰਪਰਕ ਬਲ। ਜਦੋਂ ਤੀਰ ਤੀਜੇ ਵੱਲ ਗਤੀ ਕਰਦਾ ਹੈ ਤਾਂ ਉਸ ਤੇ ਲੱਗਣ ਵਾਲਾ ਬਲ ਇੱਕ ਤਾਂ ਧਰਤੀ ਉਸ ਨੂੰ ਖਿੱਚ ਰਹੀ ਹੈ ਜਿਸ ਨੂੰ ਅਸੀਂ ਗੁਰੂਤਾ ਆਕਰਸ਼ਣ ਬਲ ਬੋਲਦੇ ਹਾਂ, ਅਤੇ ਦੂਸਰਾ ਜਿਹੜਾ ਹੈ ਰਗੜ ਬਲ, ਭਾਵ ਉਸ ਤੀਰ ਦੇ ਉੱਪਰ ਉਸ ਸਮੇਂ ਦੋ ਜਿਹੜੇ ਬਲ ਹੈ ਉਹ ਲੱਗ ਰਹੇ ਨੇ। ਤਾਂ ਇਹ ਕੁਝ ਪ੍ਰਸ਼ਨ ਸੀ ਜਿਹੜੇ ਇਸ ਪਾਠ ਦੇ ਨਾਲ ਸੰਬੰਧਿਤ ਸੀ, ਔਰ ਅਗਲੀ ਜਿਹੜੀ ਵੀਡੀਓ ਹੈ ਇਸ ਪਾਠ ਦੀ ਉਸ ਦੇ ਵਿੱਚ ਅਸੀਂ ਬਲ ਦੀਆਂ ਵੱਖ-ਵੱਖ ਜਿਹੜੀਆਂ ਕਿਸਮਾਂ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ। ਤਦ ਤੱਕ ਦੇ ਲਈ ਧੰਨਵਾਦ, ਥੈਂਕ ਯੂ। ਉਮੀਦ ਕਰਦਾ ਤੁਸੀਂ ਇਹ ਸਾਰਾ ਜਿਹੜਾ ਟੌਪਿਕ ਹੈ ਉਸ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਤੇ ਇਸ ਨੂੰ ਸਮਝਿਆ ਹੋਵੇਗਾ। ਥੈਂਕ ਯੂ।